ਡੀਅਰ ਸਟੂਡੈਂਟਸ ਵੈਲਕਮ। ਅੱਜ ਦੀ ਇਸ ਵੀਡੀਓ ਦੇ ਵਿੱਚ ਆਪਣਾ ਟੌਪਿਕ ਹੈ ਸਿੱਖਿਆ ਦੇ 4 ਸਤੰਭ 4 ਪਿਲਰਸ ਆਫ ਐਜੂਕੇਸ਼ਨ। ਸਭ ਤੋਂ ਪਹਿਲਾਂ ਤੁਹਾਨੂੰ ਇਹ ਦੱਸ ਦਈਏ ਕਿ ਜਿਹੜੇ 4 ਪਿਲਰਸ ਨੇ, ਸਭ ਤੋਂ ਪਹਿਲਾਂ ਜਾਣਨ ਲਈ ਸਿੱਖਣਾ, ਲਰਨਿੰਗ ਟੂ ਨੋ। ਦੂਸਰਾ ਹੈ ਕਰਨ ਲਈ ਸਿੱਖਣਾ, ਲਰਨਿੰਗ ਟੂ ਡੂ। ਤੀਸਰਾ ਹੈ ਇਕੱਠੇ ਰਹਿਣ ਲਈ ਸਿੱਖਣਾ, ਲਰਨਿੰਗ ਟੂ ਲਿਵ ਟੂਗੈਦਰ। ਚੌਥਾ ਹੈ ਬਣਨ ਲਈ ਸਿੱਖਣਾ, ਲਰਨਿੰਗ ਟੂ ਬੀ। ਹੁਣ ਜਿਹੜਾ ਇਹ ਟੌਪਿਕ ਹੈ ਇਹਦੇ 'ਚ ਜਿਹੜੇ 4 ਪਿਲਰਸ ਨੇ, ਇਕੱਲੇ ਉੱਪਰ ਜਿਹੜਾ ਲੌਂਗ ਕੁਐਸਚਨ ਆ ਉਹ ਬਣ ਰਿਹਾ ਅਤੇ ਤੁਹਾਨੂੰ ਇੱਕ ਵੀਡੀਓ ਦੇ ਵਿੱਚ ਜਿਹੜੇ 4 ਪਿਲਰਸ ਨੇ ਉਹ ਕਲੀਅਰ ਕਰਵਾਏ ਜਾਣਗੇ ਤਾਂ ਜੋ ਤੁਸੀਂ ਆਪਣਾ ਜਿਹੜਾ ਕੁਐਸਚਨ ਆ ਉਹਨੂੰ ਸਹੀ ਤਰੀਕੇ ਨਾਲ ਅਟੈਂਪਟ ਕਰ ਸਕੋ। ਬ੍ਰੌਡ ਐਕਸਪਲੇਨੇਸ਼ਨ ਆਫ ਦਾ 4 ਪਿਲਰਸ ਆਫ ਐਜੂਕੇਸ਼ਨ। ਜੋ ਫਸਟ ਹੈ ਉਹ ਹੈ ਲਰਨਿੰਗ ਟੂ ਨੋ, ਜਾਣਨ ਲਈ ਸਿੱਖਣਾ। ਹੁਣ ਇਹਦੀ ਬ੍ਰੌਡ ਐਕਸਪਲੇਨੇਸ਼ਨ ਦਾ ਮਤਲਬ ਕਿ ਜਿਹੜਾ ਇਹ ਵਰਡ, ਇਹ ਸੈਂਟੈਂਸ ਬਣਾਇਆ ਗਿਆ ਲਰਨਿੰਗ ਟੂ ਨੋ, ਜਾਣਨ ਲਈ ਸਿੱਖਣਾ, ਇਹਦੇ ਬਾਰੇ ਜਿਹੜੀ ਪੂਰੀ ਐਕਸਪਲੇਨੇਸ਼ਨ ਹੈ ਉਹ ਇਸ ਕਮਿਸ਼ਨ ਦੇ ਵਿੱਚ ਕੀ ਕੁਛ ਕਿਹਾ ਗਿਆ ਹੈ, ਅਸੀਂ ਉਹਦੇ ਬਾਰੇ ਗੱਲ ਕਰਾਂਗੇ। ਸਭ ਤੋਂ ਪਹਿਲਾਂ ਹੈ ਇਹਦੇ ਵਿੱਚ ਮੀਨਿੰਗ। ਤੁਸੀਂ ਇਸ ਤਰੀਕੇ ਨਾਲ ਹੀ ਕਲੀਅਰ ਕਰਨਾ ਹੈ ਆਪਣੇ ਟੌਪਿਕ ਨੂੰ। ਮੀਨਿੰਗ ਕਿਵੇਂ ਸਿੱਖਿਆ ਜਾਵੇ। ਸਿੱਖਿਆ ਬਾਰੇ ਡੈਲਰਜ਼ ਕਮਿਸ਼ਨ ਹੈ ਜਿਹੜਾ ਇਸ ਗੱਲ ਦੇ ਵੱਲ ਸੰਕੇਤ ਕਰਦਾ ਕਿ ਸਿੱਖਣਾ ਚਾਹੀਦਾ ਹੈ, ਪਰ ਸਿੱਖਿਆ ਕਿਵੇਂ ਜਾਵੇ। ਜਾਣਨ ਦੇ ਲਈ ਸਿੱਖਣ ਦਾ ਮਤਲਬ ਇਹ ਹੁੰਦਾ ਹੈ ਕਿ ਗਿਆਨ ਅਤੇ ਯੋਗਤਾਵਾਂ ਦਾ ਜਿਹੜਾ ਇਸ ਤਰ੍ਹਾਂ ਦਾ ਵਿਕਾਸ ਹੋਵੇ ਕਿ ਅਸੀਂ ਜਦੋਂ ਵਰਲਡ ਦੇ ਵਿੱਚ ਕੋਈ ਵੀ ਕੰਮ ਕਰਦੇ ਹੋਈਏ ਤਾਂ ਉਹਨਾਂ ਅਸੀਂ ਗਿਆਨ ਅਤੇ ਯੋਗਤਾ ਨੂੰ ਵਰਤ ਸਕੀਏ। ਅਤੇ ਇਹਨਾਂ ਯੋਗਤਾਵਾਂ ਦੇ ਵਿੱਚ ਲਿਟਰੇਸੀ ਆ ਗਈ, ਜਿਹੜਾ ਅੰਕ ਗਿਆਨ ਹੈਗਾ, ਇਹ ਸਾਰੀ ਚੀਜ਼ਾਂ ਸ਼ਾਮਿਲ ਨੇ। ਨੈਕਸਟ ਹੈ ਲਰਨਿੰਗ ਟੂਲਸ, ਸਿੱਖਣ ਦੇ ਸੰਦ ਜਾਂ ਔਜ਼ਾਰ। ਕਿਹੜੇ ਨੇ ਇਹਦੇ ਵਿੱਚ? ਸਭ ਤੋਂ ਪਹਿਲਾਂ ਹੈ ਮੈਥਮੈਟਿਕਸ, ਫਿਰ ਲਿਟਰੇਸੀ ਮੀਨਸ ਅੱਖਰ ਗਿਆਨ ਹੋਣਾ। ਤੀਸਰਾ ਹੈ ਲਾਈਫ ਸਕਿੱਲਸ, ਜੀਵਨ ਨਾਲ ਸੰਬੰਧਿਤ ਜਿਹੜੀਆਂ ਯੋਗਤਾਵਾਂ ਨੇ ਉਹ ਹੋਣੀਆਂ ਜ਼ਰੂਰੀ ਨੇ। ਹੁਣ ਤੁਸੀਂ ਜਿਹੜਾ ਲਰਨਿੰਗ ਟੂ ਨੋ, ਉਹ ਮੇਨ ਹੈਡਿੰਗ ਹੈ ਕੁਐਸਚਨ ਦਾ, ਅਤੇ ਉਹਦਾ ਮੀਨਿੰਗ ਲਿਖੋਗੇ ਨਾਲ। ਫਿਰ ਲਰਨਿੰਗ ਟੂਲਸ ਕਿਹੜੇ ਨੇ, ਤੁਸੀਂ ਇਸ ਤਰੀਕੇ ਨਾਲ ਉਹਨੂੰ ਕਲੀਅਰ ਕਰਨਾ ਹੈ। ਨੈਕਸਟ ਜਿਹੜਾ ਹੈਡਿੰਗ ਆ ਗਿਆ ਉਹ ਹੈ ਕੰਪੋਨੈਂਟਸ ਆਫ ਲਰਨਿੰਗ ਟੂ ਨੋ, ਜਾਣਨਾ ਸਿੱਖਣ ਦੇ ਅੰਗ ਕਿਹੜੇ ਨੇ। ਸਭ ਤੋਂ ਪਹਿਲਾਂ ਹੈ ਕੌਨਸੈਂਟਰੇਸ਼ਨ, ਦੂਸਰਾ ਹੈ ਮੈਮਰੀ ਸਕਿੱਲਸ ਮੀਨਸ ਯਾਦ ਸ਼ਕਤੀ ਯੋਗਤਾ, ਤੀਸਰਾ ਹੈ ਥਿੰਕਿੰਗ ਪਾਵਰ ਵਿਚਾਰ ਸ਼ਕਤੀ। ਹੁਣ ਕੌਨਸੈਂਟਰੇਸ਼ਨ ਦਾ ਮੀਨਸ ਕਿਸ ਤਰੀਕੇ ਨਾਲ ਅਸੀਂ ਜਿਹੜੀ ਲਰਨਿੰਗ ਹੈ ਉਹਨੂੰ ਵਧਾ ਸਕਦੇ ਹਾਂ। ਪਹਿਲਾਂ ਇਕਾਗਰਤਾ ਦੀ ਯੋਗਤਾਵਾਂ ਵਧਾਉਣ ਦੇ ਲਈ ਮੀਨਸ ਕਈ ਫਾਰਮਸ ਨੇ ਇਕਾਗਰਤਾ ਵਧਾਉਣ ਦੇ ਲਈ, ਬਟ ਜਿਹੜੀਆਂ ਕਈ ਯੋਗਤਾਵਾਂ ਨੇ ਉਹਨਾਂ ਦੇ ਨਾਲ ਅਸੀਂ ਇਕਾਗਰਤਾ ਮੀਨਸ ਕੌਨਸੈਂਟਰੇਸ਼ਨ ਬਣਾ ਸਕਦੇ ਹਾਂ। ਮੈਮਰੀ ਸਕਿੱਲ ਜਿਵੇਂ ਕਿ ਮੂੰਹ ਜ਼ਬਾਨੀ ਯਾਦ ਕਰਨਾ, ਸੰਬੰਧ ਜੋੜ ਕੇ ਯਾਦ ਕਰਨ ਦੀ ਯੋਗਤਾ ਮੀਨਸ ਕਿਸੇ ਗੱਲ ਦੇ ਨਾਲ ਦੂਸਰੀ ਗੱਲ ਨੂੰ ਜੋੜ ਕੇ ਗਿਆਨ ਪ੍ਰਾਪਤ ਕਰਨਾ। ਥਿੰਕਿੰਗ ਪਾਵਰ, ਇਹਦੇ ਵਿੱਚ ਜਿਹੜੀਆਂ ਕੋਈ ਵੀ ਸਮੱਸਿਆਵਾਂ ਨੇ ਉਹਨਾਂ ਦਾ ਹੱਲ ਕਰਨਾ, ਅਤੇ ਜਿਹੜੀ ਅਮੂਰਤ ਵਿਚਾਰ ਨੇ ਮੀਨਸ ਉਹ ਜਿਨ੍ਹਾਂ ਨੂੰ ਅਸੀਂ ਨਹੀਂ ਦੇਖ ਸਕਦੇ ਉਹ ਗੱਲਾਂ ਇਹਦੇ ਵਿੱਚ ਸ਼ਾਮਿਲ ਨੇ, ਮੀਨਸ ਉਹਨਾਂ 'ਤੇ ਵਿਚਾਰ ਚਰਚਾ ਕਰਨੀ, ਉਹਨਾਂ ਬਾਰੇ ਸੋਚਣਾ। ਨੈਕਸਟ ਹੈ ਫੋਕਸ ਔਨ ਲਰਨਿੰਗ, ਸਿੱਖਣ ਉੱਪਰ ਧਿਆਨ ਕੇਂਦਰਿਤ ਕਰਨਾ। ਹੁਣ ਕਿਸ ਤਰੀਕੇ ਨਾਲ ਧਿਆਨ ਕੇਂਦਰਿਤ ਕੀਤਾ ਜਾ ਸਕਦਾ ਹੈ? ਧਿਆਨ ਕੇਂਦਰਿਤ ਕਰਨ ਦਾ ਮਤਲਬ ਕਿ ਜੋ ਚੀਜ਼ ਅਸੀਂ ਸਿੱਖ ਰਹੇ ਹਾਂ ਉਹਦੇ ਉੱਪਰ ਹੀ ਪੂਰਾ ਫੋਕਸ ਕਰਨਾ ਕਿ ਹਾਂ ਅਸੀਂ ਇਸ ਗੱਲ ਨੂੰ ਸਿੱਖਣਾ ਹੈ। ਇਹਦੇ ਲਈ 2 ਗੱਲਾਂ ਨੇ, ਜਨਰਲ ਐਜੂਕੇਸ਼ਨ, ਸਪੈਸ਼ਲਾਈਜ਼ਡ ਐਜੂਕੇਸ਼ਨ। ਹੁਣ ਜਿਹੜੀ ਜਨਰਲ ਐਜੂਕੇਸ਼ਨ ਹੈ, ਇਹ ਜਿਹੜੀ ਐਜੂਕੇਸ਼ਨ ਹੈ ਸਾਰਿਆਂ ਨੂੰ ਦਿੱਤੀ ਜਾਣੀ ਚਾਹੀਦੀ ਹੈ, ਭਾਵੇਂ ਸਿੱਖਿਆ ਪ੍ਰਾਪਤ ਕਰਨ ਵਾਲਾ ਕਿਸੇ ਵੀ ਜਾਤੀ, ਧਰਮ ਜਾਂ ਕਿਸੇ ਵੀ ਤਰ੍ਹਾਂ ਦੀ ਕੌਮ ਦੇ ਨਾਲ, ਕਿਸੇ ਵੀ ਏਰੀਏ ਦੇ ਨਾਲ ਸੰਬੰਧਿਤ ਹੋਵੇ। ਅਤੇ ਜਿਹੜੀ ਸਪੈਸ਼ਲਾਈਜ਼ਡ ਐਜੂਕੇਸ਼ਨ ਹੈ, ਅਜਿਹੀ ਸਿੱਖਿਆ ਥੋੜ੍ਹੇ ਜਿਹੜੇ ਸਬਜੈਕਟਸ ਨੇ ਉਹਨਾਂ ਦੇ ਡੂੰਘਾਈ ਦੇ ਨਾਲ ਅਧਿਐਨ ਦਾ ਅਵਸਰ ਪ੍ਰਾਪਤ ਕਰਦੀ ਹੈ। ਮੀਨਸ ਕਿਸੇ ਵੀ ਟੌਪਿਕ ਦੇ ਨਾਲ ਰਿਲੇਟਡ ਜੋ ਅਸੀਂ ਸਬਜੈਕਟਸ ਦੀ ਗੱਲ ਕਰਦੇ ਹਾਂ ਉਹਨਾਂ ਦੇ ਵਿੱਚ ਸਪੈਸ਼ਲਾਈਜੇਸ਼ਨ ਹਾਸਲ ਕਰਨਾ। ਇਹ ਨਾਲ ਜਿਹੜੇ ਵਿਦਿਆਰਥੀ ਨੇ ਉਹ ਆਪਣੇ ਜਿਹੜੇ ਕਿਸੇ ਵੀ ਤਰ੍ਹਾਂ ਦਾ ਕੰਮ ਹੈ ਜਾਂ ਪ੍ਰੋਫੈਸ਼ਨ ਹੈ ਉਹਦੇ ਨਾਲ ਰਿਲੇਟਡ ਜਿਹੜੀ ਲੋੜੀਂਦੀ ਟ੍ਰੇਨਿੰਗ ਹੈ ਉਹ ਪ੍ਰਾਪਤ ਕਰਨਗੇ। ਨੈਕਸਟ ਹੈ ਸਕਿੱਲ ਟੂ ਬੀ ਐਕਵਾਇਰਡ ਇਨ ਲਰਨਿੰਗ ਟੂ ਨੋ, ਜਾਣਨ ਲਈ ਲੋੜੀਂਦੀਆਂ ਯੋਗਤਾਵਾਂ। ਮੀਨਸ ਜਦੋਂ ਅਸੀਂ ਕੁਝ ਵੀ ਜਾਣਨਾ ਚਾਹੁੰਦੇ ਹਾਂ ਤਾਂ ਉਹਦੇ ਲਈ ਸਾਨੂੰ ਕਿਹੜੀਆਂ ਜਿਹੜੀਆਂ ਯੋਗਤਾਵਾਂ ਨੇ ਉਹ ਸਾਡੇ ਵਿੱਚ ਹੋਣੀਆਂ ਚਾਹੀਦੀਆਂ ਨੇ। ਫਸਟ ਹੈ ਓਬਜ਼ਰਵੇਸ਼ਨ, ਨਿਰੀਖਣ ਕਰਨਾ। ਮੀਨਸ ਅਸੀਂ ਉਸ ਚੀਜ਼ ਦਾ ਨਿਰੀਖਣ ਕਰ ਸਕਦੇ ਹੋਈਏ ਜਿਹਦੇ ਬਾਰੇ ਅਸੀਂ ਜਾਣਨਾ ਚਾਹੁੰਦੇ ਹਾਂ, ਇਹ ਸਕਿੱਲ ਸਾਡੇ 'ਚ ਹੋਣੀ ਚਾਹੀਦੀ ਹੈ, ਓਬਜ਼ਰਵੇਸ਼ਨ ਸਕਿੱਲ। ਸੈਕਿੰਡ ਹੈ ਲਿਸਨਿੰਗ, ਅਸੀਂ ਸੁਣ ਸਕਦੇ ਹੋਈਏ ਜੋ ਸਾਨੂੰ ਕੋਈ ਸਾਡੇ ਸਾਹਮਣੇ ਬੋਲ ਰਿਹਾ, ਐਕਸਪਲੇਨ ਕਰ ਰਿਹਾ। ਨੈਕਸਟ ਹੈ ਡਾਟਾ ਕਲੈਕਸ਼ਨ, ਅਸੀਂ ਅੰਕੜੇ ਇਕੱਠੇ ਕਰ ਸਕਦੇ ਹੋਈਏ ਉਸ
ਨੌਲੇਜ ਨਾਲ ਰਿਲੇਟਡ ਜਿਹੜੀ ਕਿ ਅਸੀਂ ਗੇਨ ਕਰ ਰਹੇ ਹਾਂ, ਜਿਹਦੇ ਬਾਰੇ ਅਸੀਂ ਸਿੱਖਣਾ ਚਾਹ ਰਹੇ ਹਾਂ। ਸਿਲੈਕਸ਼ਨ ਆਫ ਪ੍ਰੋਸੈਸ, ਫਿਰ ਪ੍ਰਕਿਰਿਆ ਦੀ ਚੋਣ ਕਰਨਾ ਕਿ ਕਿਸ ਪ੍ਰੋਸੈਸ ਦੇ ਨਾਲ ਅਸੀਂ ਸਿੱਖਣਾ ਹੈ, ਕਿਸ ਪ੍ਰੋਸੈਸ ਦੇ ਨਾਲ ਅਸੀਂ ਜਿਹੜੀ ਨੌਲੇਜ ਹੈ ਉਹ ਸਹੀ ਗੇਨ ਕਰਨੀ ਹੈ। ਫਿਰ ਆਸਕਿੰਗ ਕੁਐਸਚਨਸ, ਪ੍ਰਸ਼ਨ ਪੁੱਛਣੇ ਅਸੀਂ ਨੇ। ਪ੍ਰਸ਼ਨ ਸਾਡੀ ਨੌਲੇਜ ਜਿਹੜੇ ਟੌਪਿਕ ਨਾਲ, ਜਿਹੜੇ ਕੰਟੈਂਟ ਦੇ ਨਾਲ ਅਸੀਂ ਗੇਨ ਕਰਨਾ ਚਾਹੁੰਦੇ ਹਾਂ ਉਹਦੇ ਨਾਲ ਰਿਲੇਟਡ ਕੁਐਸਚਨਸ। ਫਿਰ ਰੀਡਿੰਗ ਵਿਦ ਕੰਪਰੀਹੈਂਸ਼ਨ, ਸਮਝਦੇ ਹੋਏ ਪੜ੍ਹਨਾ। ਮੀਨਜ਼ ਜਦੋਂ ਅਸੀਂ ਕੁਝ ਵੀ ਪੜ੍ਹ ਰਹੇ ਹਾਂ ਤਾਂ ਉਹਨੂੰ ਨਾਲ ਨਾਲ ਸਮਝਣਾ ਜ਼ਰੂਰੀ ਹੈ, ਤਾਂ ਹੀ ਅਸੀਂ ਜਿਹੜੀ ਲਰਨਿੰਗ ਹੈ, ਜਿਹੜੀ ਨੌਲੇਜ ਹੈ ਉਹ ਗੇਨ ਕਰ ਸਕਦੇ ਹਾਂ। ਟੇਕਿੰਗ ਨੋਟਸ, ਨੋਟ ਲੈਣਾ। ਮੀਨਜ਼ ਜਿਹੜੀਆਂ ਗੱਲਾਂ ਉਹਦੇ ਵਿੱਚ ਇੰਪੋਰਟੈਂਟ ਨੇ ਉਹਨਾਂ ਨੂੰ ਨਾਲ ਦੀ ਨਾਲ ਨੋਟ ਕਰਨਾ ਵੀ ਜ਼ਰੂਰੀ ਹੈ, ਤਾਂ ਜੋ ਲੋੜ ਪੈਣ 'ਤੇ ਅਸੀਂ ਉਹਨਾਂ ਨੂੰ ਫਿਰ ਰਿਵਾਈਜ਼ ਕਰ ਸਕੀਏ ਅਤੇ ਜਿਹੜੀ ਸਾਡੀ ਨੌਲੇਜ ਹੈ ਉਹਦੇ ਵਿੱਚ ਵਾਧਾ ਹੋ ਸਕੇ। ਨੈਕਸਟ ਹੈ ਮੈਥਡਸ ਆਫ ਟੀਚਿੰਗ, ਪੜ੍ਹਾਉਣ ਦੇ ਢੰਗ। ਹੁਣ ਪੜ੍ਹਾਉਣ ਦੇ ਢੰਗ, ਇੰਡਕਟਿਵ ਅਤੇ ਡਿਡਕਟਿਵ ਮੈਥਡ, ਜਿਵੇਂ ਕਿ ਤੁਸੀਂ ਸਾਰੇ ਜਿਹੜੇ ਵੀ ਗ੍ਰਾਮਰ ਦੇ ਟੌਪਿਕ ਪੜ੍ਹਦੇ ਹੋ ਜਾਂ ਕੋਈ ਵੀ ਤੁਹਾਡੇ ਟੀਚਿੰਗ ਸਬਜੈਕਟ ਨੇ ਉਹਨਾਂ ਦੇ ਵਿੱਚ ਇਹ ਮੈਥਡ ਆਉਂਦਾ ਹੈ। ਇੱਕ ਦੇ ਵਿੱਚ ਹੁੰਦਾ ਹੈ ਕਿ ਜਿਹੜੀਆਂ ਉਦਾਹਰਨਾਂ ਨੇ ਪਹਿਲਾਂ ਦਿੱਤੀਆਂ ਜਾਂਦੀਆਂ ਨੇ, ਜਿਹੜੀ ਡੈਫੀਨੇਸ਼ਨ ਉਹ ਬਾਅਦ ਦੇ ਵਿੱਚ, ਅਤੇ ਦੂਸਰੀ ਦੇ ਵਿੱਚ ਜਿਹੜੀ ਡੈਫੀਨੇਸ਼ਨ ਉਹ ਪਹਿਲਾਂ ਦਿੱਤੀ ਜਾਂਦੀ ਹੈ ਅਤੇ ਉਦਾਹਰਨਾਂ ਬਾਅਦ ਦੇ ਵਿੱਚ ਦੇ ਕੇ ਸਮਝਾਇਆ ਜਾਂਦਾ ਹੈ। ਇੰਡਕਟਿਵ ਡਿਡਕਟਿਵ ਮੈਥਡ। ਪ੍ਰੋਬਲਮ ਸੋਲਵਿੰਗ ਮੀਨਜ਼ ਕਿਸੇ ਵੀ ਸਮੱਸਿਆ ਨੂੰ ਹੱਲ ਕਰਨ ਵਾਲੀ ਜਿਹੜੀ ਵਿਧੀ ਹੈ ਉਸ ਮੈਥਡ ਦੇ ਨਾਲ ਜੇਕਰ ਪੜ੍ਹਾਇਆ ਜਾਏਗਾ ਤਾਂ ਵੀ ਵਧੀਆ ਤਰੀਕੇ ਨਾਲ ਲਰਨ ਕੀਤਾ ਜਾ ਸਕਦਾ ਹੈ। ਲੈਬੋਰੇਟਰੀ ਮੈਥਡ, ਜਿਹੜਾ ਪ੍ਰਯੋਗਸ਼ਾਲਾ ਵਿਧੀ ਹੈ, ਇਹਦੀ ਵਰਤੋਂ ਕਰਕੇ ਵੀ ਵਧੀਆ ਤਰੀਕੇ ਨਾਲ ਸਿਖਾਇਆ ਜਾ ਸਕਦਾ ਹੈ। ਨੈਕਸਟ ਹੈ ਟੀਚਰਸ ਰੋਲ, ਅਧਿਆਪਕ ਦੀ ਭੂਮਿਕਾ। ਹੁਣ ਅਧਿਆਪਕ ਦੀ ਜਿਹੜੀ ਭੂਮਿਕਾ ਹੈ ਉਹ ਹੈ ਇੱਕ ਫੈਸਿਲੀਟੇਟਰ ਦੀ। ਮੀਨਜ਼ ਅਧਿਆਪਕ ਨੇ ਸਿਰਫ ਇੱਕ ਪਲੇਟਫਾਰਮ ਪ੍ਰੋਵਾਈਡ ਕਰਨਾ ਹੈ, ਸਹੂਲਤਾਂ ਦੇਣੀਆਂ ਨੇ, ਬੱਚਾ ਆਪਣੇ ਆਪ ਸਿੱਖੇਗਾ। ਦੂਸਰਾ ਹੈ ਕੈਟਾਲਿਸਟ, ਮੀਨਜ਼ ਗਤੀਵਰਧਕ। ਉਹ ਤੁਰੰਤ ਹੀ ਇਮੀਡੀਏਟਲੀ ਕੋਈ ਜਿਹੜੀ ਗਤੀ ਹੈ ਉਹ ਲੈ ਕੇ ਆਉਂਦਾ। ਗਤੀ ਲੈ ਕੇ ਆਉਂਦਾ ਮਤਲਬ ਐਕਟਿਵ ਕਰਦਾ ਹੈ ਬੱਚਿਆਂ ਨੂੰ। ਕੋਈ ਜਦੋਂ ਕੰਮ ਦਿੱਤਾ ਜਾਂਦਾ ਹੈ ਤਾਂ ਉਹਦੇ ਨਾਲ ਸਾਰੇ ਬੱਚੇ ਐਕਟਿਵ ਹੋ ਜਾਂਦੇ ਨੇ। ਨੈਕਸਟ ਓਬਜ਼ਰਵਰ, ਅਧਿਆਪਕ ਇੱਕ ਨਿਰੀਖਣ ਦਾ ਰੋਲ ਅਦਾ ਕਰਦਾ ਹੈ, ਨਿਰੀਖਕ ਦਾ। ਜਦੋਂ ਬੱਚੇ ਕੋਈ ਐਕਟੀਵਿਟੀ ਕਰ ਰਹੇ ਹਨ ਤਾਂ ਅਧਿਆਪਕ ਉਸ ਟਾਈਮ ਉਹਨਾਂ ਨੂੰ ਓਬਜ਼ਰਵ ਕਰ ਰਿਹਾ ਹੁੰਦਾ ਹੈ ਅਤੇ ਓਬਜ਼ਰਵਰ ਦਾ ਜਿਹੜਾ ਰੋਲ ਹੈ ਉਹ ਪਲੇ ਕਰਨਾ ਹੈ। ਫੋਰਥ ਹੈ ਇਵੈਲੂਏਟਰ, ਮੁਲਾਂਕਣ ਕਰਤਾ। ਅਤੇ ਜਿਹੜਾ ਅਧਿਆਪਕ ਹੈ ਉਹ ਬੱਚਿਆਂ ਦੀ ਇਵੈਲੂਏਸ਼ਨ ਵੀ ਕਰਦਾ ਹੈ ਅਤੇ ਜੇ ਕੁਝ ਕਮੀਆਂ ਹੁੰਦੀਆਂ ਤਾਂ ਸੁਧਾਰ ਦੇ ਲਈ ਜਿਹੜਾ ਆਪਣਾ ਫੈਸਲਾ ਉਹ ਦਿੰਦਾ ਹੈ। ਇੰਪੋਰਟੈਂਸ ਆਫ ਨੌਲੇਜ, ਗਿਆਨ ਦੀ ਮਹੱਤਤਾ ਜਾਂ ਸਿੱਖਣ ਦੀ ਮਹੱਤਤਾ। ਪਹਿਲਾ ਹੈ ਪ੍ਰੈਪਰੇਸ਼ਨ ਫॉर ਫਿਊਚਰ, ਜਿਹੜੀ ਨੌਲੇਜ ਆ ਉਹ ਸਾਨੂੰ ਸਾਡੇ ਫਿਊਚਰ ਦੇ ਲਈ ਤਿਆਰ ਕਰਦੀ ਹੈ। ਜਿੰਨੀ ਜ਼ਿਆਦਾ ਸਾਡੇ ਕੋਲ ਨੌਲੇਜ ਹੋਏਗੀ ਉਹਦੇ ਅਕੋਰਡਿੰਗ ਹੀ ਅਸੀਂ ਆਪਣੇ ਫਿਊਚਰ ਦੇ ਲਈ ਪ੍ਰਪੇਅਰ ਹੋ ਸਕਦੇ ਹਾਂ। ਇਸ ਕਰਕੇ ਜਿਹੜੀ ਨੌਲੇਜ ਆ ਉਹ ਫਿਊਚਰ ਦੇ ਵਿੱਚ ਪ੍ਰੈਪਰੇਸ਼ਨ, ਫਿਊਚਰ ਦੇ ਲਈ ਪ੍ਰਪੇਅਰ ਕਰਦੀ ਹੈ ਸਾਨੂੰ। ਨੈਕਸਟ ਹੈ ਇਟ ਡਿਵੈਲਪਸ ਵੇਰੀਅਸ ਸਕਿੱਲਸ। ਨੌਲੇਜ ਹੈ ਜਿਹੜੀ ਸਾਡੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਡਿਫਰੈਂਟ ਸਕਿੱਲਸ ਨੇ ਉਹ ਡਿਵੈਲਪ ਕਰਦੀ, ਉਹਨਾਂ ਦਾ ਵਿਕਾਸ ਕਰਦੀ ਹੈ, ਸਾਡੀਆਂ ਯੋਗਤਾਵਾਂ ਦੇ ਵਿੱਚ ਵਾਧਾ ਕਰਦੀ ਹੈ। ਪਰਸਨੈਲਿਟੀ ਡਿਵੈਲਪਮੈਂਟ, ਨੌਲੇਜ ਦੀ ਅਗਲੀ ਮਹੱਤਤਾ ਇਸ ਪੱਖ ਤੋਂ ਕਿਉਂਕਿ ਇਹਦੇ ਨਾਲ ਜਿਹੜਾ ਵੀ ਵਿਅਕਤੀ ਨੌਲੇਜ ਗੇਨ ਕਰ ਰਿਹਾ ਉਹਦੀ ਜਿਹੜੀ ਪਰਸਨੈਲਿਟੀ ਆ ਉਹ ਡਿਵੈਲਪ ਹੁੰਦੀ ਹੈ, ਉਹ ਜਿਹੜੀ ਸ਼ਖਸੀਅਤ ਆ ਉਹਦਾ ਵਿਕਾਸ ਕਰਨ ਦੇ ਵਿੱਚ ਵੀ ਸਹਾਇਤਾ ਕਰਦੀ ਹੈ। ਬੈਲੈਂਸ, ਇਹ ਬੈਲੈਂਸ ਵੀ ਬਣਾ ਕੇ ਰੱਖਦੀ ਹੈ ਸਾਡੀ ਡੇਲੀ ਲਾਈਫ ਦੇ ਵਿੱਚ ਅਸੀਂ ਕੀ ਕਰਨਾ ਕੀ ਨਹੀਂ ਕਰਨਾ, ਉਹਨੂੰ ਜਿੰਨੀ ਸਾਡੀ ਨੌਲੇਜ ਹੈ ਉਹਦੇ ਅਕੋਰਡਿੰਗ ਇਹ ਬੈਲੈਂਸ ਬਣਾ ਕੇ ਰੱਖਦੀ ਹੈ। ਮੀਨਜ਼ ਜੋ ਸਹੀ ਹੈ ਅਸੀਂ ਉਹਦੇ ਅਕੋਰਡਿੰਗ ਅੱਗੇ ਵਧਾਂਗੇ, ਜੇਕਰ ਗਲਤ ਹੋਏਗਾ ਤਾਂ ਅਸੀਂ ਉਹਨੂੰ ਆਪਣੇ ਆਪ ਨੂੰ ਪਿੱਛੇ ਹਟਾ ਲਵਾਂਗੇ। ਕਿਉਂਕਿ ਇਹ ਨੌਲੇਜ ਸਾਨੂੰ ਚੰਗੇ ਮਾੜੇ ਦੀ ਵੀ ਦਿੰਦੀ ਹੈ ਨਾਲ ਇਕੱਲੀ ਅਸੀਂ ਬੁੱਕਸ ਵਾਲੀ ਨੌਲੇਜ ਹੀ ਨਹੀਂ ਲੈਂਦੇ, ਇਹ ਨਾਲ ਜਿਹੜੀ ਸਾਡੀ ਲਾਈਫ ਹੈ ਉਹਦੇ ਵਿੱਚ ਬੈਲੈਂਸ ਵੀ ਬਣਦਾ ਹੈ। ਐਜ਼ ਐਨ ਇੰਪੋਰਟੈਂਟ ਆਸਪੈਕਟ ਆਫ ਲਾਈਫ, ਇਹ ਸਾਡੀ ਜ਼ਿੰਦਗੀ ਦਾ ਇੱਕ ਮਹੱਤਵਪੂਰਨ ਪਹਿਲੂ ਵਜੋਂ ਵੀ ਆਪਣਾ ਜਿਹੜਾ ਮਹੱਤਵਪੂਰਨ ਰੋਲ ਆ ਉਹ ਪਲੇ ਕਰਦੀ ਹੈ। ਹੁਣ ਇਹ ਸਾਡੇ ਜੀਵਨ ਦੇ ਵਿੱਚ ਐਜੂਕੇਸ਼ਨ, ਸੋਸ਼ਲ, ਕਲਚਰਲ ਅਤੇ ਇਕਨੋਮਿਕ ਖੇਤਰਾਂ ਦੇ ਵਿੱਚ ਸੁਧਾਰ ਲਿਆਉਣ ਦੇ ਲਈ ਇੱਕ ਜਿਹੜੀ ਮਹੱਤਵਪੂਰਨ ਭੂਮਿਕਾ ਉਹ ਅਦਾ ਕਰਦੀ ਹੈ। ਕਿਉਂਕਿ ਸਾਡੇ ਜੀਵਨ ਦਾ ਹਰੇਕ ਜਿਹੜਾ ਆਸਪੈਕਟ ਹੈ ਉਹ ਡਾਇਰੈਕਟਲੀ ਔਰ ਇਨਡਾਇਰੈਕਟਲੀ ਐਜੂਕੇਸ਼ਨ ਦੀ ਜਿਹੜੀ ਨੌਲੇਜ ਹੈ ਉਹਦੇ ਨਾਲ ਜੁੜਿਆ ਹੋਇਆ ਹੈ। ਐਜ ਏ ਮੀਨਸ, ਇੱਕ ਸਾਧਨ ਦੇ ਵਜੋਂ ਵੀ ਇਹ ਇੱਕ ਬਹੁਤ ਵਧੀਆ ਢੰਗ ਹੈ। ਗਿਆਨ ਨੂੰ ਅਪਡੇਟ ਕਰਨ ਨਾਲ ਇੱਕ ਜਿਹੜਾ ਵਿਅਕਤੀ ਹੈ ਉਹਨੂੰ ਇੱਕ ਅਸੀਂ ਵਧੀਆ ਪੜ੍ਹਿਆ ਲਿਖਿਆ ਵਿਅਕਤੀ ਕਹਿ ਸਕਦੇ ਹਾਂ। ਮੀਨਜ਼ ਜਿਹੜਾ ਆਪਣੇ ਆਪ ਨੂੰ ਅਪਡੇਟ ਕਰ ਰਿਹਾ ਹੈ, ਜਿੰਨੀ ਨੌਲੇਜ ਵੱਧ ਰਹੀ ਹੈ ਉਹਦੇ ਅਕੋਰਡਿੰਗ ਉਹ ਓਨਾ ਸਿੱਖ ਰਿਹਾ। ਹੁਣ ਨੌਲੇਜ ਦੇ ਨਾਲ ਇੱਕ ਜਿਹੜਾ ਵਿਅਕਤੀ ਹੈ ਉਹ ਪੈਸੇ ਕਮਾ ਸਕਦਾ ਹੈ। ਮੀਨਜ਼ ਜੇ ਉਹਨੂੰ ਕਿਸੇ ਵੀ ਕੰਮ ਦੀ ਨੌਲੇਜ ਹੈ, ਉਹਦੇ ਕੋਲ ਕੋਈ ਸਕਿੱਲ ਹੈ ਤਾਂ ਉਹ ਕਿਸੇ ਕੰਮ 'ਤੇ ਲੱਗ ਸਕਦਾ ਅਤੇ ਉਹਨੂੰ ਜਿਹੜੀ ਉਹਦੇ ਬਦਲੇ ਦੇ ਵਿੱਚ ਪੈਸੇ ਮਿਲਣਗੇ। ਹੁਣ ਮੀਨਜ਼ ਇਹਨੂੰ ਅਸੀਂ
ਗਿਆਨ ਹੈ ਜਿਹੜਾ ਜੀਵਨ ਦੇ ਖੇਤਰ ਵਿੱਚ ਵੀ ਲਾਗੂ ਕਰ ਸਕਦੇ ਹਾਂ ਤੇ ਮੈਡੀਕਲ ਤੇ ਕਾਨੂੰਨੀ ਪੇਸ਼ੇ ਦੇ ਵਿੱਚ ਵੀ। ਮੀਨਸ ਜਿਸ ਤਰ੍ਹਾਂ ਦੇ ਸਾਡੇ ਕੋਲ ਨੌਲੇਜ ਆ ਉਹਨੂੰ ਉਹਦੇ ਅਕੋਰਡਿੰਗ ਅਸੀਂ ਐਜ਼ ਏ ਸਾਧਨ, ਐਜ਼ ਏ ਮੀਨ ਬਣਾ ਕੇ ਕਮਾਈ ਵੀ ਕਰ ਸਕਦੇ ਹਾਂ। ਯੂਜ਼ਡ ਫॉर ਦਾ ਵੈਲਫੇਅਰ ਆਫ ਮੈਨਕਾਈਂਡ। ਹੁਣ ਜਿਹੜੀ ਨੌਲੇਜ ਆ ਉਹ ਮਨੁੱਖ ਦੀ ਭਲਾਈ ਦੇ ਲਈ ਵੀ ਵਰਤੀ ਜਾਂਦੀ ਹੈ। ਹੁਣ ਗਿਆਨ ਦੀ ਜਿੰਨੀ ਵੀ ਵਰਤੋਂ ਹੈ, ਨੌਲੇਜ ਦੀ ਜਿੰਨੀ ਵੀ ਵਰਤੋਂ ਆ, ਜ਼ਿਆਦਾਤਰ ਜਿਹੜੇ ਹਿਊਮਨ ਬੀਇੰਗ ਹੈ, ਮੈਨਕਾਈਂਡ ਹੈ, ਉਹਦੀ ਵੈਲਫੇਅਰ ਦੇ ਲਈ ਹੀ ਵਰਤਿਆ ਜਾਂਦਾ ਹੈ। ਹੁਣ ਮਨੁੱਖ ਜਾਤੀ ਹੈ ਜਿਹੜੀ ਹਿਊਮਨ ਬੀਇੰਗ ਨੇ, ਉਹਨਾਂ ਨੂੰ ਅਜਿਹੇ ਗਿਆਨ ਦੁਆਰਾ ਲਾਭ ਹੋ ਸਕਦਾ ਹੈ। ਜਿਹੜੀ ਨਵੀਂ ਟੈਕਨੋਲੋਜੀ ਹੈ ਤੇ ਉਹਦੀ ਸਹਾਇਤਾ ਦੇ ਨਾਲ, ਨਵੀਂ ਟੈਕਨੋਲੋਜੀ ਦੀ ਸਹਾਇਤਾ ਨਾਲ ਜਿਹੜੀ ਆਰਥਿਕਤਾ ਉਹਨੂੰ ਅਸੀਂ ਉੱਪਰ ਚੁੱਕ ਸਕਦੇ ਹਾਂ। ਜਿਵੇਂ ਕਿ ਡਾਕਟਰੀ ਇਲਾਜ ਵਗੈਰਾ ਦੀ ਜੇਕਰ ਅਸੀਂ ਗੱਲ ਕਰੀਏ ਜਾਂ ਕੋਈ ਜਿਹੜੀਆਂ ਨਵੀਆਂ ਮੈਡੀਸਨਸ ਨੇ ਉਹਨਾਂ ਦੀ ਖੋਜ ਵੀ ਇਹਦੇ ਵਿੱਚ ਸ਼ਾਮਿਲ ਹੈ। ਨੈਕਸਟ ਐਨੇਬਲਸ ਟੂ ਮੇਕ ਐਡਵਾਂਸਮੈਂਟਸ, ਤਰੱਕੀ ਕਰਨ ਦੇ ਯੋਗ। ਹੁਣ ਜਿਹੜੀ ਨੌਲੇਜ ਆ ਉਹ ਕਿਸੇ ਵੀ ਵਿਅਕਤੀ ਨੂੰ ਤਰੱਕੀ ਕਰਨ ਦੇ ਯੋਗ ਵੀ ਬਣਾਉਂਦੀ ਹੈ। ਮੀਨਸ ਅਸੀਂ ਪ੍ਰੋਗਰੈਸ ਉਦੋਂ ਹੀ ਕਰ ਸਕਦੇ ਹਾਂ ਜਦੋਂ ਸਾਡੇ ਕੋਲ ਸਹੀ ਤਰੀਕੇ ਦੀ ਜਿਹੜੀ ਨੌਲੇਜ ਹੈ ਉਹ ਹੋਏਗੀ। ਜੇਕਰ ਅਸੀਂ ਆਪਣੇ ਆਪ ਨੂੰ ਅਪਡੇਟ ਨਹੀਂ ਕਰ ਰਹੇ, ਆਪਣੇ ਗਿਆਨ ਦੇ ਵਿੱਚ ਵਾਧਾ ਨਹੀਂ ਕਰ ਰਹੇ, ਤਾਂ ਜਿਹੜੀਆਂ ਦੁਨੀਆ ਦੇ ਵਿੱਚ, ਵਰਲਡ ਦੇ ਵਿੱਚ ਜਿੰਨੀਆਂ ਵੀ ਹੋਰ ਰਿਸਰਚਸ ਹੋ ਰਹੀਆਂ ਨੇ, ਕਿਸੇ ਵੀ ਉਹਦੇ 'ਤੇ ਖੋਜਾਂ ਹੋ ਰਹੀਆਂ ਨੇ, ਤਾਂ ਉਹ ਪੋਸੀਬਲ ਨਹੀਂ ਹੋਣਗੀਆਂ। ਨੈਕਸਟ ਹੈ ਨੌਲੇਜ ਇਜ਼ ਅ ਪਾਵਰ। ਗਿਆਨ ਇੱਕ ਸ਼ਕਤੀ ਵੀ ਹੈ। ਕੋਈ ਵੀ ਜਿਹੜਾ ਦੇਸ਼ ਹੈ ਉਹ ਸੁਪਰ ਪਾਵਰ ਬਣ ਸਕਦਾ ਹੈ। ਕਦੋਂ ਬਣ ਸਕਦਾ ਹੈ? ਜਦੋਂ ਜਿਹੜਾ ਗਿਆਨ ਦੀ ਸਹੀ ਸ਼ਕਤੀ ਦੀ ਉਹਨਾਂ ਨੇ ਵਰਤੋਂ ਕੀਤੀ ਹੋਵੇ। ਗਿਆਨ ਇੱਕ ਇਸ ਤਰ੍ਹਾਂ ਦਾ ਇੰਜਣ ਹੈ ਜਿਹਨੇ ਆਰਥਿਕਤਾ ਨੂੰ ਹੋਰ ਅੱਗੇ ਲੈ ਕੇ ਜਾਣਾ ਹੁੰਦਾ ਹੈ ਤੇ ਇਸ ਪਾਵਰ ਦੇ ਬਗੈਰ ਵਰਲਡ ਦੇ ਵਿੱਚ ਕੋਈ ਵੀ ਜਿਹੜਾ ਦੇਸ਼ ਹੈ ਉਹ ਕਿਸੇ ਵੀ ਖੇਤਰ ਦੇ ਵਿੱਚ ਤਰੱਕੀ ਨਹੀਂ ਕਰ ਸਕਦਾ। ਇਸ ਕਰਕੇ ਜਿਹੜੀ ਨੌਲੇਜ ਹੈ ਉਹ ਇੱਕ ਪਾਵਰ ਵੀ ਹੈ। ਨੌਲੇਜ ਰਿਮੂਵਸ ਵੇਰੀਅਸ ਡਾਊਟਸ। ਇਹ ਜਿਹੜੇ ਨੌਲੇਜ ਹੈ ਉਹ ਵੱਖ-ਵੱਖ ਸ਼ੰਕਾਵਾਂ ਨੂੰ ਵੀ ਦੂਰ ਕਰਦੀ ਹੈ। ਸਿੱਖਿਆ ਦੇ ਖੇਤਰ ਦੇ ਵਿੱਚ ਵੀ ਇਹ ਜਿਹੜੇ ਡਾਊਟਸ ਨੇ ਪੈਦਾ ਹੋ ਸਕਦੇ ਨੇ, ਬਟ ਨੌਲੇਜ ਇਸ ਤਰ੍ਹਾਂ ਦਾ ਇੱਕ ਟੂਲ ਹੈ, ਹਥਿਆਰ ਹੈ, ਜਿਹਦੇ ਨਾਲ ਅਸੀਂ ਇਹ ਹਰ ਤਰ੍ਹਾਂ ਦੇ ਸ਼ੰਕਿਆਂ ਨੂੰ, ਹਰ ਤਰ੍ਹਾਂ ਦੇ ਡਾਊਟਸ ਨੂੰ ਦੂਰ ਕਰ ਸਕਦੇ ਹਾਂ। ਤੇ ਨੌਲੇਜ ਦੇ ਵੱਖ-ਵੱਖ ਜਿਹੜੇ ਅਧਿਐਨ 'ਤੇ ਆਧਾਰਿਤ, ਜੋ ਕਿ ਵੱਖ-ਵੱਖ ਕਈ ਵਾਰ ਕੌਨਫਲਿਕਟਸ ਪੈਦਾ ਹੋ ਜਾਂਦੇ ਨੇ, ਉਹਨਾਂ ਨੂੰ ਵੀ ਸਮਝਣ ਦੇ ਵਿੱਚ ਜਿਹੜੀ ਨੌਲੇਜ ਹੈ ਉਹ ਸਹਾਇਤਾ ਕਰਦੀ ਹੈ। ਨੌਲੇਜ ਇਜ਼ ਟ੍ਰੈਜਰ। ਗਿਆਨ ਇੱਕ ਖਜ਼ਾਨਾ ਵੀ ਹੈ। ਵਿਦਿਆਰਥੀਆਂ ਲਈ ਗਿਆਨ ਇੱਕ ਇਸ ਤਰ੍ਹਾਂ ਦਾ ਖਜ਼ਾਨਾ ਹੈ ਜੋ ਕਦੇ ਵੀ ਖੋਹਿਆ ਨਹੀਂ ਜਾ ਸਕਦਾ ਤੇ ਨਾ ਹੀ ਚੋਰੀ ਹੋ ਸਕਦਾ ਹੈ। ਵਿਦਿਆਰਥੀਆਂ ਨੂੰ ਇਸ ਤਰ੍ਹਾਂ ਦੇ ਖਜ਼ਾਨੇ ਦਾ ਲਾਭ ਮਿਲਦਾ ਹੈ ਤੇ ਇਹ ਖਜ਼ਾਨਾ ਆਮ ਲੋਕਾਂ ਦੇ ਲਈ ਵੀ ਲਾਭਦਾਇਕ ਹੁੰਦਾ ਹੈ। ਨੌਲੇਜ ਰਿਮੂਵਸ ਡਾਰਕਨੈਸ। ਜਿਹੜਾ ਗਿਆਨ ਹੈ ਸਾਰੇ ਹਨੇਰੇ ਨੂੰ ਦੂਰ ਕਰਦਾ ਹੈ। ਜਿਹੜੀਆਂ ਕੋਈ ਵੀ ਬੁਰਾਈਆਂ ਨੇ ਉਹ ਵੀ ਨੌਲੇਜ ਦੇ ਦੁਆਰਾ ਦੂਰ ਕੀਤੀਆਂ ਜਾ ਸਕਦੀਆਂ ਨੇ ਤੇ ਜਿਹੜੀ ਨੌਲੇਜ ਆ ਉਹ ਕਿਸੇ ਵੀ ਸਮੱਸਿਆ ਦਾ ਹੱਲ ਕੱਢ ਸਕਦੀ ਹੈ। ਸੋਲਿਊਸ਼ਨ ਆਫ ਮੈਨੀ ਪ੍ਰੋਬਲਮਸ। ਨੌਲੇਜ ਦੇ ਨਾਲ ਅਸੀਂ ਬਹੁਤ ਸਾਰੀਆਂ ਜਿਹੜੀਆਂ ਸਮੱਸਿਆਵਾਂ ਨੇ ਉਹ ਵੀ ਹੱਲ ਕਰ ਸਕਦੇ ਹਾਂ। ਜਿਵੇਂ ਕਿ ਐਜੂਕੇਸ਼ਨ ਦੇ ਫੀਲਡ ਦੇ ਵਿੱਚ ਲਗਾ ਲਓ, ਮੈਡੀਸਨਸ ਲਗਾ ਲਓ, ਕਾਨੂੰਨੀ, ਕੋਈ ਮੈਡੀਕਲ ਵਾਲਾ, ਕਿਸੇ ਵੀ ਫੀਲਡ ਦੇ ਵਿੱਚ ਜਿਸ ਤਰ੍ਹਾਂ ਦੀ ਵੀ ਸਮੱਸਿਆ ਆਏਗੀ ਉਹ ਹਰ ਸਮੱਸਿਆ ਨੂੰ ਜਿਹੜੀ ਨੌਲੇਜ ਹੈ ਉਹ ਦੂਰ ਕਰ ਸਕਦੀ ਹੈ। ਨੌਲੇਜ ਗਿਵਸ ਡਾਇਰੈਕਸ਼ਨਸ। ਜਿਹੜਾ ਗਿਆਨ ਹੈ ਉਹ ਦਿਸ਼ਾ ਵੀ ਪ੍ਰੋਵਾਈਡ ਕਰਦਾ ਹੈ, ਸਹੀ ਮਾਰਗ ਵੀ ਦਿਖਾਉਂਦਾ ਹੈ ਤੇ ਇਹਦੀ ਜਿਹੜੀ ਪਾਲਣਾ ਹੈ ਉਹ ਸਹੀ ਦਿਸ਼ਾ ਦੇ ਵਿੱਚ ਕਿਵੇਂ ਕਰਨੀ ਹੈ ਇਹ ਸਾਨੂੰ ਐਜੂਕੇਸ਼ਨ ਦੇ ਵਿੱਚ ਨੌਲੇਜ ਹੀ ਪ੍ਰੋਵਾਈਡ ਕਰਦੀ ਹੈ। ਗਿਆਨ ਦੀ ਹਰੇਕ ਦਿਸ਼ਾ ਦੇ ਵਿੱਚ ਸਿੱਖਿਆ ਦੇ ਖੇਤਰ ਦੇ ਵਿੱਚ ਹੈ ਜੋ ਕਿ ਹੋਰਾਂ ਨੂੰ ਵੀ ਇਹ ਰੋਸ਼ਨੀ ਪ੍ਰੋਵਾਈਡ ਕਰਦਾ ਹੈ। ਮੀਨਸ ਸਭ ਲੋਕਾਂ ਨੂੰ ਡਾਇਰੈਕਸ਼ਨ ਦਿੰਦੀ ਹੈ ਨੌਲੇਜ। ਜਿਹੜਾ ਕੋਈ ਘੱਟ ਨੌਲੇਜ ਵਾਲਾ ਨੂੰ ਉਸ ਤਰ੍ਹਾਂ ਦੀ ਡਾਇਰੈਕਸ਼ਨ, ਜ਼ਿਆਦਾ ਪੜ੍ਹੇ ਲਿਖੇ ਨੂੰ ਉਹਦੇ ਅਕੋਰਡਿੰਗ ਡਾਇਰੈਕਸ਼ਨ। ਐਜੂਕੇਸ਼ਨਲ ਇੰਪਲੀਕੇਸ਼ਨਸ ਆਫ ਲਰਨਿੰਗ ਟੂ ਨੋ। ਜਾਣਨ ਲਈ ਸਿੱਖਣਾ ਦੀ ਅਸੀਂ ਵਿਦਿਅਕ ਰੂਪ ਦੇ ਵਿੱਚ ਪ੍ਰੇਰਨਾ ਕਿਸ ਤਰੀਕੇ ਦੀ ਹੈ, ਐਜੂਕੇਸ਼ਨਲ ਇੰਪਲੀਕੇਸ਼ਨਸ ਕੀ ਨੇ ਇਹਦੀਆਂ। ਸਭ ਤੋਂ ਪਹਿਲਾਂ ਨੌਲੇਜ ਆਫ ਐਜੂਕੇਸ਼ਨਲ ਆਬਜੈਕਟਿਵਸ। ਹੁਣ ਇਹਦੇ ਨਾਲ ਕੀ ਹੋਏਗਾ ਵੀ ਸਿੱਖਿਆ ਦੇ ਜਿਹੜੇ ਉਦੇਸ਼ ਨੇ ਵਿਦਿਆਰਥੀਆਂ ਵਿੱਚ ਗਿਆਨ ਦੇ ਵਾਧੇ ਵੱਲ ਰੁਝਾਨ ਕਰਦੇ ਨੇ। ਮੀਨਸ ਬੱਚਿਆਂ ਨੂੰ ਮੋਟੀਵੇਟ ਕਰਦੇ ਨੇ ਸਿੱਖਣ ਦੇ ਲਈ। ਵਿਦਿਆਰਥੀਆਂ ਨੂੰ ਗਿਆਨ ਪ੍ਰਾਪਤ ਕਰਨ ਦਾ ਮੌਕਾ ਦਿੱਤਾ ਜਾਣਾ ਚਾਹੀਦਾ ਹੈ ਜੋ ਕਿ ਬ੍ਰਦਰਹੁੱਡ ਦੇ ਲਈ ਵੀ ਅਨੁਕੂਲ ਹੈ। ਕਿਤਾਬਾਂ, ਇੰਟਰਨੈਟ ਅਤੇ ਅਧਿਆਪਕਾਂ ਦੀ ਸਹਾਇਤਾ ਦੇ ਨਾਲ ਵੀ ਜਿਹੜਾ ਗਿਆਨ ਆ ਉਹ ਪ੍ਰਾਪਤ ਕੀਤਾ ਜਾ ਸਕਦਾ ਹੈ। ਮੀਨਸ ਅਸੀਂ ਜਿਹੜੇ ਐਜੂਕੇਸ਼ਨਲ ਆਬਜੈਕਟਿਵਸ ਨੇ ਉਹ ਪ੍ਰਾਪਤ ਕਰ ਸਕਦੇ ਹਾਂ। ਨੌਲੇਜ ਐਂਡ ਕਰੀਕੁਲਮ। ਗਿਆਨ ਅਤੇ ਪਾਠਕ੍ਰਮ। ਵਿਦਿਆਰਥੀਆਂ ਦੇ ਲਈ ਜਿਹੜਾ ਪਾਠਕ੍ਰਮ ਹੈ, ਕਰੀਕੁਲਮ ਹੈ, ਉਹਨੂੰ ਇਸ ਤਰੀਕੇ ਦਾ ਬਣਾਇਆ ਜਾਣਾ ਚਾਹੀਦਾ ਹੈ ਉਹ ਜੋ ਕਿ ਪ੍ਰੈਕਟੀਕਲ ਹੋਵੇ, ਜਿਹਦੇ ਵਿੱਚ ਜ਼ਿਆਦਾਤਰ ਪ੍ਰੈਕਟੀਕਲ ਬੇਸਡ ਹੋਣਾ ਚਾਹੀਦਾ ਹੈ। ਕਰੀਕੁਲਮ ਦਾ ਪ੍ਰੈਕਟੀਕਲ ਅਤੇ ਥਿਓਰੈਟੀਕਲ ਪਹੁੰਚ ਦੇ ਵਿਚਕਾਰ ਜਿਹੜਾ ਤਾਲਮੇਲ ਹੈ, ਸਹੀ ਕੋਆਰਡੀਨੇਸ਼ਨ ਉਹ ਹੋਣੀ ਜ਼ਰੂਰੀ ਹੈ। ਮੀਨਸ ਜੇਕਰ ਅਸੀਂ ਥਿਊਰੀ ਕਰਵਾ ਰਹੇ ਹਾਂ ਤਾਂ ਨਾਲ ਨਾਲ ਪ੍ਰੈਕਟੀਕਲ ਵਰਕ ਵੀ ਜ਼ਰੂਰੀ ਹੈ।
ਤੇ ਕੁਦਰਤ ਵਿੱਚ ਵਿਸ਼ਾਲ ਵੀ ਹੋਣਾ ਚਾਹੀਦਾ ਹੈ, ਮੀਨਸ ਕੰਪਰੀਹੈਂਸਿਵ ਹੋਣਾ ਚਾਹੀਦਾ, ਵਾਈਡ ਹੋਣਾ ਚਾਹੀਦਾ ਹੈ ਤੇ ਪਾਠ ਕਰਨ ਨੂੰ ਕੁਦਰਤ ਦੇ ਅਨੁਸਾਰ ਰੋਜ਼ਗਾਰ ਤੇ ਆਧਾਰਿਤ ਵੀ ਹੋਣਾ ਚਾਹੀਦਾ ਹੈ। ਨੈਕਸਟ ਹੈ ਨੌਲੇਜ ਐਂਡ ਡਿਸਿਪਲਿਨ, ਗਿਆਨ ਅਤੇ ਅਨੁਸ਼ਾਸਨ। ਗਿਆਨ ਪ੍ਰਾਪਤ ਕਰਨ ਦੇ ਲਈ ਸਹੀ ਅਨੁਸ਼ਾਸਨ ਵੀ ਕਾਇਮ ਰੱਖਣਾ ਚਾਹੀਦਾ ਹੈ, ਕਿਉਂਕਿ ਜਿਹੜੀ ਸਹੀ ਨੌਲੇਜ ਹੈ ਤਾਂ ਮਿਲੇਗੀ ਜੇਕਰ ਡਿਸਿਪਲਿਨ ਹੋਏਗਾ। ਗਿਆਨ ਇਸ ਤਰੀਕੇ ਨਾਲ ਦਿੱਤਾ ਜਾਣਾ ਚਾਹੀਦਾ ਕਿ ਸਕੂਲ ਦੇ ਮਾਹੌਲ ਦੇ ਵਿੱਚ ਵੀ ਜਿਹੜਾ ਸੈਲਫ ਡਿਸਿਪਲਿਨ ਹੈ ਉਹ ਬਣਿਆ ਰਹੇ। ਨੈਕਸਟ ਹੈ ਨੌਲੇਜ ਐਂਡ ਫਰੀडम, ਗਿਆਨ ਅਤੇ ਆਜ਼ਾਦੀ। ਗਿਆਨ ਹੈ ਜਿਹੜਾ ਨੌਲੇਜ ਹੈ ਉਹਨਾਂ ਵਿਦਿਆਰਥੀਆਂ ਨੂੰ ਦਿੱਤਾ ਜਾਣਾ ਚਾਹੀਦਾ ਜੋ ਕਿ ਆਪਣੇ ਵਿਚਾਰ ਪ੍ਰਗਟ ਕਰਨ ਦੀ ਆਜ਼ਾਦੀ ਦੇ ਸਕਣ। ਹੁਣ ਜਿਹੜੀ ਆਜ਼ਾਦੀ ਉਹ ਵੀ ਸਵੈ ਅਨੁਸ਼ਾਸਿਤ ਹੋਣੀ ਚਾਹੀਦੀ ਹੈ, ਸੈਲਫ ਡਿਸਿਪਲਿਨਡ ਹੋਣੀ ਚਾਹੀਦੀ ਹੈ। ਵਿਦਿਆਰਥੀਆਂ ਨੂੰ ਜਿਹੜੀ ਕੋਆਪਰੇਟਿਵ ਟ੍ਰੇਨਿੰਗ ਹੈ ਉਹਦੀ ਸਹਾਇਤਾ ਦੇ ਨਾਲ ਵਿਚਾਰਾਂ ਦਾ ਆਦਾਨ ਪ੍ਰਦਾਨ ਕਰਨ ਦੇ ਲਈ ਜਿਹੜੀ ਫਰੀडम ਹੈ ਉਹ ਵੀ ਹੋਣੀ ਚਾਹੀਦੀ ਹੈ। ਨੌਲੇਜ ਐਂਡ ਮੈਥਡਸ ਆਫ ਟੀਚਿੰਗ, ਗਿਆਨ ਅਤੇ ਸਿੱਖਿਆ ਦੇਣ ਦੇ ਤਰੀਕੇ। ਉਪਦੇਸ਼ ਦੇ ਮੀਨਸ ਗਿਆਨ ਦੇ ਜਿਹੜੇ ਢੰਗਾਂ ਨੂੰ ਇੱਕ ਇਸ ਤਰ੍ਹਾਂ ਦੇ ਰੂਪ ਦੇ ਵਿੱਚ ਅਪਣਾਇਆ ਜਾਣਾ ਚਾਹੀਦਾ ਕਿ ਭੜਕਾਉਣ ਵਾਲੇ ਜਿਹੜੇ ਵਿਚਾਰ ਨੇ ਉਹ ਪੈਦਾ ਨਾ ਹੋ ਸਕਣ। ਸਮਾਜ ਦੇ ਮਾਹੌਲ ਦੇ ਵਿੱਚ ਜਿਹੜੇ ਡਿਸਕਸ਼ਨ ਹੈ ਤੇ ਬਹਿਸ ਹੈ ਇਸ ਤਰੀਕੇ ਦੇ ਜਿਹੜੇ ਮੈਥਡ ਨੇ ਉਹਨਾਂ ਨੂੰ ਅਪਣਾਇਆ ਜਾਣਾ ਚਾਹੀਦਾ ਹੈ। ਪੜ੍ਹਾਉਣ ਦੀ ਜਿਹੜੀ ਟ੍ਰੇਨਿੰਗ ਹੈ, ਪ੍ਰਕਿਰਿਆ ਉਹਦੇ ਵਿੱਚ ਤਜਰਬੇਕਾਰ ਤੇ ਜਿਹੜੇ ਸਿਖਲਾਈ ਅਤੇ ਜਿਹੜੀ ਕੋਈ ਵੀ ਤਰ੍ਹਾਂ ਦੀ ਪ੍ਰਸ਼ਨ ਪ੍ਰਣਾਲੀ ਹੈ ਇਸ ਤਰ੍ਹਾਂ ਦਾ ਅਭਿਆਸ ਕੀਤਾ ਜਾਣਾ ਚਾਹੀਦਾ ਹੈ। ਮੀਨਸ ਪ੍ਰਸ਼ਨ ਪੁੱਛੇ ਜਾ ਰਹੇ ਨੇ ਤੇ ਬੱਚੇ ਉਹਨਾਂ ਦਾ ਉੱਤਰ ਦੇ ਰਹੇ ਨੇ, ਮੀਨਸ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਮੈਥਡ ਨੇ ਉਹ ਯੂਜ਼ ਕਰਨੇ ਨੇ। ਨੌਲੇਜ ਐਂਡ ਟੈਕਸਟ ਬੁੱਕਸ, ਗਿਆਨ ਅਤੇ ਕਿਤਾਬਾਂ, ਪਾਠ ਪੁਸਤਕਾਂ। ਪਾਠ ਪੁਸਤਕਾਂ ਵੀ ਗਿਆਨ ਦਾ ਬਹੁਤ ਵੱਡਾ ਭੰਡਾਰ ਹੁੰਦੀਆਂ ਨੇ ਤੇ ਪਾਠ ਪੁਸਤਕਾਂ ਨੂੰ ਇਸ ਤਰੀਕੇ ਦਾ ਬਣਾਇਆ ਜਾਣਾ ਚਾਹੀਦਾ ਕਿ ਜਿਹੜੀ ਕਿ ਬੱਚੇ ਨੂੰ ਵੱਧ ਤੋਂ ਵੱਧ ਜਿਹੜੀ ਨੌਲੇਜ ਆ ਉਹ ਪ੍ਰੋਵਾਈਡ ਕਰ ਸਕਦੀਆਂ ਹੋਣ। ਨੌਲੇਜ ਐਂਡ ਵੈਲਿਊ ਐਜੂਕੇਸ਼ਨ, ਗਿਆਨ ਅਤੇ ਕਦਰਾਂ ਕੀਮਤਾਂ। ਕਦਰਾਂ ਕੀਮਤਾਂ ਦੀ ਸਿੱਖਿਆ ਨੂੰ ਵੀ ਗਿਆਨ ਦੇ ਨਾਲ ਜੋੜਿਆ ਜਾਣਾ ਚਾਹੀਦਾ ਹੈ। ਨੌਲੇਜ ਦੀ ਪ੍ਰੈਕਟਿਸ ਸਕੂਲ ਦੇ ਨਾਲ ਵਰਲਡ ਲੈਵਲ 'ਤੇ ਜਿਹੜੇ ਹੋਰ ਉਸਾਰੂ ਉਦੇਸ਼ ਨੇ ਉਹਨਾਂ ਦੇ ਲਈ ਵੀ ਕਰਨੀ ਚਾਹੀਦੀ ਹੈ ਤਾਂ ਜੋ ਜਿਹੜੇ ਵਿਦਿਆਰਥੀ ਨੇ ਉਹ ਸਹੀ ਵੈਲਿਊਜ਼ ਉਹਨਾਂ ਦੇ ਵਿੱਚ ਅਸੀਂ ਪੈਦਾ ਕਰ ਸਕੀਏ। ਹੁਣ ਵੈਲਿਊ ਐਜੂਕੇਸ਼ਨ ਇਹ ਜਦੋਂ ਅਸੀਂ ਨੌਲੇਜ ਪ੍ਰੋਵਾਈਡ ਕਰ ਰਹੇ ਹਾਂ ਤੇ ਨਾਲ ਜਿਹੜੀ ਵੈਲਿਊ ਐਜੂਕੇਸ਼ਨ ਆ ਉਹ ਦੇਣੀ ਹੈ। ਨੌਲੇਜ ਐਂਡ ਟੀਚਰ, ਗਿਆਨ ਅਤੇ ਅਧਿਆਪਕ। ਹੁਣ ਇੱਥੇ ਜਿਹੜਾ ਅਧਿਆਪਕ ਹੈ ਉਹ ਇੱਕ ਇਸ ਤਰ੍ਹਾਂ ਦਾ ਮਾਧਿਅਮ ਹੈ ਜਿਹਦੇ ਦੁਆਰਾ ਵਿਦਿਆਰਥੀਆਂ ਨੂੰ ਜਿਹੜੀ ਨੌਲੇਜ ਹੈ ਉਹ ਦਿੱਤੀ ਜਾਂਦੀ ਹੈ। ਵਿਦਿਆਰਥੀਆਂ ਦੁਆਰਾ ਗਿਆਨ ਨੂੰ ਅੱਗੋਂ ਪੂਰੇ ਵਰਲਡ ਦੇ ਵਿੱਚ ਸ਼ਿਫਟ ਕੀਤਾ ਜਾਂਦਾ ਹੈ, ਤਬਦੀਲ ਕੀਤਾ ਜਾਂਦਾ ਹੈ। ਇਸ ਪਰਪਸ ਦੇ ਲਈ ਅਧਿਆਪਕ ਨੂੰ ਜਿਹੜਾ ਨਵਾਂ ਹੈ ਅਤੇ ਫਰੂਟਫੁਲ ਨੌਲੇਜ ਉਹਨੂੰ ਹੋਣੀ ਚਾਹੀਦੀ ਹੈ ਤਾਂ ਜੋ ਉਹ ਬੱਚਿਆਂ ਨੂੰ ਸਹੀ ਤਰੀਕੇ ਜਿਹੜੀ ਨੌਲੇਜ ਹੈ ਉਹ ਪ੍ਰੋਵਾਈਡ ਕਰ ਸਕੇ। ਨੌਲੇਜ ਐਂਡ ਸਪੈਸ਼ਲਾਈਜੇਸ਼ਨ, ਗਿਆਨ ਅਤੇ ਵਿਸ਼ੇਸ਼ਤਾ। ਜਿਹੜੀ ਨੌਲੇਜ ਹੈ ਉਹ ਮੈਡੀਸਨ ਦੇ ਖੇਤਰ ਦੇ ਵਿੱਚ, ਭਾਵੇਂ ਅਸੀਂ ਅੱਜ ਜਿਹੜੀ ਨਵੀਂ ਟੈਕਨੋਲੋਜੀ ਦੀ ਗੱਲ ਕਰ ਰਹੇ ਹਾਂ ਉਹਦੇ ਫੀਲਡ ਦੇ ਵਿੱਚ, ਮੀਨਸ ਇੱਕ ਮੁਹਾਰਤ ਦੇ ਆਧਾਰ 'ਤੇ ਹੋਣਾ ਚਾਹੀਦਾ ਗਿਆਨ ਜਿਹਦੇ ਕੋਲ ਨੌਲੇਜ ਹੈ। ਹੁਣ ਅਧਿਆਪਕਾਂ ਦਾ ਜਿਹੜਾ ਇੱਕ ਪ੍ਰੋਫੈਸ਼ਨ ਹੈ ਇਹ ਵੀ ਗਿਆਨ ਨੂੰ ਅਪਡੇਟ ਕਰਦਾ ਹੈ ਕਿਉਂਕਿ ਇਹਨਾਂ ਅਧਿਆਪਕ ਨੇ ਸਾਰੇ ਤਰ੍ਹਾਂ ਦੇ ਜਿਹੜੇ ਅੱਗੋਂ ਵਿਦਿਆਰਥੀ ਨੇ ਉਹ ਪੈਦਾ ਕਰਨੇ ਹੁੰਦੇ ਨੇ। ਨੈਕਸਟ ਹੈ ਨੌਲੇਜ ਐਂਡ ਕਮਿਊਨੀਕੇਸ਼ਨ। ਹੁਣ ਜਿਉਂ-ਜਿਉਂ ਅਸੀਂ ਕਹਿੰਦੇ ਵੀ ਕਮਿਊਨੀਕੇਸ਼ਨ ਅਤੇ ਨੌਲੇਜ ਦਾ ਵੀ ਆਪਸ ਦੇ ਵਿੱਚ ਲਿੰਕ ਹੈ। ਅਸੀਂ ਕੁਝ ਕਮਿਊਨੀਕੇਸ਼ਨ ਕਰਨਾ ਤਾਂ ਕਮਿਊਨੀਕੇਸ਼ਨ ਕਰਨ ਦੇ ਨਾਲ ਕੀ ਮਿਲੇਗੀ? ਨੌਲੇਜ, ਗਿਆਨ ਦੇ ਵਿੱਚ ਵਾਧਾ ਹੋਏਗਾ। ਸੰਚਾਰ ਕਰਨਾ, ਕਮਿਊਨੀਕੇਸ਼ਨ ਮੀਨਸ ਆਪਸ ਦੇ ਵਿੱਚ ਗੱਲਬਾਤ ਕਰਨੀ, ਭਾਵੇਂ ਟੀਚਰ ਸਟੂਡੈਂਟਸ ਨਾਲ ਗੱਲ ਕਰ ਰਿਹਾ ਹੈ, ਭਾਵੇਂ ਸਟੂਡੈਂਟਸ ਆਪਸ ਦੇ ਵਿੱਚ ਗੱਲਬਾਤ ਕਰ ਰਹੇ ਨੇ। ਨੈਕਸਟ ਹੈ ਨੌਲੇਜ ਐਂਡ ਕਮਿਊਨਿਟੀ ਐਕਟੀਵਿਟੀਜ਼, ਜਿਹੜੀਆਂ ਸਮੁਦਾਇ ਦੇ ਵਿੱਚ ਕਿਰਿਆਵਾਂ ਹੁੰਦੀਆਂ ਨੇ ਅਤੇ ਗਿਆਨ, ਇਹਨਾਂ ਦੋਵਾਂ ਦਾ ਵੀ ਆਪਸ ਦੇ ਵਿੱਚ ਸੰਬੰਧ ਹੈ। ਕਿਵੇਂ ਸੰਬੰਧ ਹੈ? ਕਿਉਂਕਿ ਜੋ ਐਕਟੀਵਿਟੀਜ਼ ਕਮਿਊਨਿਟੀ ਦੇ ਵਿੱਚ ਕਰਵਾਈਆਂ ਜਾਂਦੀਆਂ ਨੇ ਉਹ ਵੀ ਜਾ ਕੇ ਜਿਹੜੀ ਨੌਲੇਜ ਹੈ ਉਹ ਪ੍ਰੋਵਾਈਡ ਕਰ ਰਹੀਆਂ ਹੁੰਦੀਆਂ ਨੇ। ਡੀਅਰ ਸਟੂਡੈਂਟਸ, ਮੈਂ ਉਮੀਦ ਕਰਦੀ ਹਾਂ ਕਿ ਇਹ ਟੌਪਿਕ ਤੁਹਾਨੂੰ ਸਹੀ ਤਰੀਕੇ ਨਾਲ ਕਲੀਅਰ ਹੋ ਗਿਆ ਹੋਵੇਗਾ। ਨੈਕਸਟ ਵੀਡੀਓ ਦੇ ਵਿੱਚ ਵੀ ਮੈਂ ਤੁਹਾਨੂੰ ਜਿਹੜੇ ਦੂਸਰੇ ਇਹਦੇ ਪਿਲਰ ਨੇ ਉਹ ਜ਼ਰੂਰ ਕਰਵਾਵਾਂਗੀ। ਥੈਂਕਸ ਫॉर ਵਾਚਿੰਗ।